ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਜੀ ਸੋ ਖਾਸ ਖਬਰਾਂ ਦੀ ਅਗਰ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਚਰਚਾ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਰਾਂਗੇ ਜੋ ਭਰਤ ਭੂਸ਼ਣ ਆਸ਼ੂ ਹੁਣ ਵਿਜੀਲੈਂਸ ਦੀ ਕਸਟਡੀ ਵਿੱਚ ਨੇ, ਕਿਸ ਤਰ੍ਹਾਂ ਦੀ ਕਾਰਵਾਈਆਂ ਹੋ ਸਕਦੀਆਂ ਨੇ। ਦੂਸਰੇ ਪਾਸੇ ਰਵਨੀਤ ਬਿੱਟੂ ਦੇ ਬਿਆਨਾਂ ਨੂੰ ਲੈ ਕੇ ਵੀ ਸਿਆਸਤ ਗਰਮਾਈ ਹੋਈ ਹੈ। ਆਖਿਰ ਕੀ ਕਾਰਨ ਨੇ, ਕੀ ਇਹਨਾਂ ਬਿਆਨਾਂ ਨੂੰ ਕਿਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ, ਚਰਚਾ ਕਰਾਂਗੇ। ਤੇ ਨਾਲ ਦੀ ਨਾਲ ਨਰਿੰਦਰ ਮੋਦੀ ਜਦੋਂ ਨਿਊ ਚੰਡੀਗੜ੍ਹ ਵਿੱਚ ਆਏ, ਨਵਾਂ ਜੋ ਹੈ ਕੈਂਸਰ ਹਸਪਤਾਲ ਦੇਸ਼ ਨੂੰ ਸਮਰਪਿਤ ਕੀਤਾ ਹੈ, ਉਸ ਨੂੰ ਵੀ ਸਮਝਾਂਗੇ। ਤੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬਿਕਰਮ ਮਜੀਠੀਆ ਨੇ ਕਿਹੜੇ ਬਿਆਨ ਦਿੱਤੇ ਨੇ, ਉਸ ਦੀ ਵੀ ਚਰਚਾ ਕਰਾਂਗੇ। ਤੇ ਕੱਲ ਜੋ ਹੈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਦੂਜੀ ਗਰੰਟੀ ਦੇਣ ਜਾ ਰਹੇ ਨੇ ਅਰਵਿੰਦ ਕੇਜਰੀਵਾਲ, ਉਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਜੀ ਡੱਲਾ ਜੀ, ਗੱਲ ਕਰਨਾ ਚਾਹਾਂਗੇ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਦੀ, ਕਿਉਂਕਿ ਸਾਰੇ ਜਾਣਦੇ ਹਾਂ ਵਿਜੀਲੈਂਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਵਿਜੀਲੈਂਸ ਦੀ ਕਸਟਡੀ ਦੇ ਵਿੱਚ ਨੇ। ਸੋ ਪੁੱਛਗਿੱਛ ਦੀ ਅਗਰ ਦਿਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿਸ ਦਿਸ਼ਾ ਵੱਲ ਹੁਣ ਵਿਜੀਲੈਂਸ ਦੀ ਪੁੱਛਗਿੱਛ ਰਹੇਗੀ, ਕੀ ਖਾਸ ਅਪਡੇਟ ਹੈ ਇਸ ਪੂਰੇ ਮਾਮਲੇ ਤੇ? ਦੇਖੋ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਭੂਸ਼ਣ ਆਸ਼ੂ ਹੁਣਾਂ ਤੇ ਵੀ ਗੰਭੀਰ ਇਲਜ਼ਾਮ ਨੇ ਜਿਹੜੇ ਵਿਜੀਲੈਂਸ ਬਿਊਰੋ ਹੁਣਾਂ ਨੇ ਲਗਾਏ ਨੇ। ਔਰ ਜਦੋਂ ਭਾਰਤ ਭੂਸ਼ਣ ਆਸ਼ੂ ਹੁਣਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰਸੋਂ, ਤੇ 27 ਅਗਸਤ ਤੱਕ ਦਾ ਉਹਨਾਂ ਦਾ ਪੁਲਿਸ ਰਿਮਾਂਡ, ਵਿਜੀਲੈਂਸ ਦਾ ਰਿਮਾਂਡ ਹੈ ਜਿਹੜਾ ਦਿੱਤਾ ਗਿਆ ਸੀ। ਔਰ ਉਹਦੇ ਨਾਲ ਨਾਲ ਜਿਹੜੇ ਕੰਟਰੈਕਟਰ ਸੀ ਤੇਲੂ ਰਾਮ, ਉਹਨਾਂ ਨੂੰ ਵੀ ਅਗਲੇ 2 ਦਿਨਾਂ ਲਈ ਰਿਮਾਂਡ ਤੇ ਭੇਜਿਆ ਗਿਆ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਨੇ ਜਾਂਚ ਦਾ ਦਾਇਰਾ ਵਧਾਇਆ ਹੈ, ਕਿਉਂਕਿ ਤੇਲੂ ਰਾਮ ਉਹਨਾਂ ਨੇ ਕਈ ਗੰਭੀਰ ਇਲਜ਼ਾਮ ਨੇ ਜਿਹੜੇ ਲਾਏ ਸੀ। ਉਹਨਾਂ ਨੇ ਇੱਕ ਸਾਬਕਾ ਅਫਸਰ ਆਰ.ਕੇ. ਸਿੰਗਲਾ ਦੇ ਉੱਪਰ ਵੀ ਵੱਡੇ ਗੰਭੀਰ ਇਲਜ਼ਾਮ ਲਾਏ ਸੀ, ਜਿਨ੍ਹਾਂ ਨੂੰ ਪੀਆਰ ਵਾਲੇ ਇੱਕ ਵੱਖਰੇ ਮਾਮਲੇ ਦੇ ਵਿੱਚ, ਪੀਆਰ ਲੈਣ ਕਰਕੇ ਇੱਕ ਵੱਖਰੇ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਬਰਖਾਸਤ ਕੀਤਾ ਗਿਆ। ਤੇਲੂ ਰਾਮ ਜਿਹੜੇ ਠੇਕੇਦਾਰ ਨੇ, ਉਹਨਾਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਗਏ ਸੀ ਆਰ.ਕੇ. ਸਿੰਗਲਾ ਉੱਤੇ ਵੀ ਔਰ ਭਾਰਤ ਭੂਸ਼ਣ ਆਸ਼ੂ ਉੱਤੇ ਵੀ। ਹੁਣ ਕਿਉਂਕਿ ਤੇਲੂ ਰਾਮ ਗਿਰਫਤ ਦੇ ਵਿੱਚ ਨੇ ਵਿਜੀਲੈਂਸ ਬਿਊਰੋ ਦੀ, ਔਰ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਦੇ ਜਿਹੜੇ ਪੀਏ ਕਹੇ ਜਾਂਦੇ ਨੇ ਮੀਨੂ ਪੰਕਜ ਮਲਹੋਤਰਾ, ਉਹ ਹਲੇ ਵੀ ਵਿਜੀਲੈਂਸ ਦੀ ਗਿਰਫਤ ਦੇ ਵਿੱਚ ਨਹੀਂ ਆਏ। ਜਿਸ ਤਰੀਕੇ ਦੀਆਂ ਗੱਲਾਂ ਨੇ, ਭਾਵੇਂ ਦਾਅਵੇ ਕੀਤੇ ਜਾ ਰਹੇ ਸੀ ਜਿਸ ਦਿਨ ਧਰਨਾ ਮਾਰਿਆ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਔਰ ਹੋਰ ਕਾਂਗਰਸੀਆਂ ਨੇ ਕਿ ਅਸੀਂ ਸਾਰੇ ਇੱਥੇ ਮੌਜੂਦ ਹਾਂ, ਦੱਸੋ ਵਿਜੀਲੈਂਸ ਬਿਊਰੋ ਨੂੰ ਕੌਣ ਚਾਹੀਦਾ, ਅਸੀਂ ਸਾਰੇ ਗ੍ਰਿਫਤਾਰੀਆਂ ਦੇਵਾਂਗੇ। ਉਸ ਦਿਨ ਨਾ ਤਾਂ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਇੱਕ ਸਾਬਕਾ ਚੇਅਰਮੈਨ ਨੇ, ਉਹ ਮੌਜੂਦ ਸੀ ਉਸ ਪ੍ਰੋਟੈਸਟ ਦੇ ਵਿੱਚ। ਧਰਨਾ ਨਹੀਂ, ਮੈਮੋਰੈਂਡਮ ਦੇਣ ਗਏ ਸੀ। ਉਹ ਧਰਨੇ ਦੀ ਗੱਲ ਉਹਨਾਂ ਨੇ ਰੱਦ ਕਰਤੀ ਸੀ। ਇਸੇ ਤਰ੍ਹਾਂ ਮੀਨੂ ਪੰਕਜ ਮਲਹੋਤਰਾ, ਇਹ ਵੀ ਅਗਰ ਉੱਥੇ ਗਏ ਹੁੰਦੇ ਤੇ ਸਰੈਂਡਰ ਇਹਨਾਂ ਨੇ ਕਰ ਦੇਣਾ ਸੀ ਆਪਣੇ ਆਪ ਨੂੰ, ਨਹੀਂ ਕੀਤਾ। ਸੋ ਭਾਰਤ ਭੂਸ਼ਣ ਆਸ਼ੂ ਤਾਂ ਗ੍ਰਿਫਤਾਰ ਕਰ ਲਏ ਗਏ ਵਿਜੀਲੈਂਸ ਬਿਊਰੋ ਵੱਲੋਂ, ਲੇਕਿਨ ਭਾਰਤ ਭੂਸ਼ਣ ਆਸ਼ੂ ਦੇ ਪੀਏ ਕਹੇ ਜਾਣ ਵਾਲੇ ਜਾਂ ਉਹਨਾਂ ਦੇ ਸਾਥੀ ਜਾਂ ਸਮਰਥਕ ਮੀਨੂ ਪੰਕਜ ਮਲਹੋਤਰਾ ਹਲੇ ਤੱਕ ਵੀ ਵਿਜੀਲੈਂਸ ਬਿਊਰੋ ਦੀ ਗਿਰਫਤ ਦੇ ਵਿੱਚ ਨਹੀਂ ਹੈ। ऑफिशियल इन्फॉर्मेशन इस बारे हजे तक कोई नहीं आई। हाँ, पर क्योंकि तेलू राम उन्होंने वड्डे गंभीर इल्जाम लाए सी, इस करके तेलू राम के जिहड़े बयान सी उन्हां बयानां ते उत्ते भी विजिलेंस ब्यूरो भारत भूषण आशू तो पुछगिछ कर रही है। और यह भी पता लग्या कि पूरे पंजाब दे विच भारत भूषण आशू कोलों ही विजिलेंस ब्यूरो के अधिकारी ने जिहड़े पुछ रहे ने कि तुसीं इस पॉलिसी नूं किवें ठीक कह रहे हो, और तुहाडी नज़र दे विच ਜਿਹੜੇ ਇਹ ਇਲਜ਼ਾਮ ਨੇ ਜਿਹੜੇ ਸ਼ਿਕਾਇਤਕਰਤਾ ਨੇ ਦਿੱਤੇ ਨੇ, ਤੁਹਾਡੀ ਨਜ਼ਰ ਦੇ ਵਿੱਚ ਤੁਹਾਡਾ ਪੱਖ ਕੀ ਹੈ? ਸੋ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਕਈ ਵੱਡੇ ਇਲਜ਼ਾਮ ਲਾਏ ਨੇ, ਉਹਨਾਂ ਨੇ ਸ਼ਿਕਾਇਤ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਦਾ ਇੱਥੋਂ ਤੱਕ ਵੀ ਕਹਿਣਾ ਹੈ ਕਿ ਜਿਹੜੇ ਆਮ ਠੇਕੇਦਾਰਾਂ ਨੂੰ ਆਮ ਠੇਕੇਦਾਰ ਸਸਤੇ ਮੁੱਲ ਤੇ ਢੁਆਈ ਦੇ ਟੈਂਡਰ ਚੱਕਣ ਨੂੰ ਤਿਆਰ ਸੀ, ਲੇਕਿਨ ਸਰਕਾਰ ਨੇ, ਠੇਕੇਦਾਰਾਂ ਦਾ ਇਲਜ਼ਾਮ ਹੈ, ਅਜਿਹੀ ਪਾਲਿਸੀ ਬਣਾਈ ਕਿ ਬਹੁਤ ਸਾਰੇ ਜਿਹੜੇ ਠੇਕੇਦਾਰ ਸੀ ਜਿਹੜੇ ਜਿਨ੍ਹਾਂ ਦੀ ਟਰਨਓਵਰ ਘੱਟ ਸੀ, ਕਿਉਂਕਿ ਸਰਕਾਰ ਨੇ ਵੱਧ ਟਰਨਓਵਰ ਦੀ ਸ਼ਰਤ ਵੀ ਇੱਕ ਲਾਈ ਸੀ। ਸੋ ਕਈ ਠੇਕੇਦਾਰ ਉਹ ਐਲੀਜੀਬਲ ਨਹੀਂ ਰਹੇ ਅਪਲਾਈ ਕਰਨ ਲਈ, ਔਰ ਕਈ ਠੇਕੇਦਾਰਾਂ ਦਾ ਇਹ ਕਹਿਣਾ ਕਿ ਸਾਨੂੰ ਜਿਹੜੇ ਐਨਓਸੀ ਜਾਂ ਮੁਕੰਮਲ ਕਾਗਜ਼ਾਤ ਸੀ ਉਹ ਨਹੀਂ ਵੱਖ-ਵੱਖ ਮਹਿਕਮਿਆਂ ਚੋਂ ਮਿਲੇ, ਔਰ ਉਹ ਕਹਿੰਦੇ ਅਸੀਂ ਘੱਟ ਰੇਟ ਦੇ ਉੱਤੇ ਜਿਹੜੀ ਢੁਆਈ ਕਰਨ ਨੂੰ ਤਿਆਰ ਸੀ, ਉਹ ਸਰਕਾਰ ਨੇ ਵੱਧ ਰੇਟ ਦੇ ਉੱਤੇ ਢੁਆਈ ਕਰਾਈ ਹੈ। ਸੋ ਇਹਦੇ ਬਾਰੇ ਵੀ ਟਰਾਂਸਪੋਰਟੇਸ਼ਨ ਕਰਾਈ ਹੈ। ਢੁਆਈ ਮਤਲਬ ਟਰਾਂਸਪੋਰਟੇਸ਼ਨ, ਲਿਫਟਿੰਗ ਜਾਂ ਲੋਡਿੰਗ। ਸੋ ਇਹ ਜਿਹੜੇ ਇਲਜ਼ਾਮ ਨੇ ਹਰਜੋਤ ਜੀ, ਇਹਨਾਂ ਸਾਰੇ ਇਲਜ਼ਾਮਾਂ ਦਾ ਜਿਹੜਾ ਹੈ ਕੱਪੜ ਛਾਣ ਕੀਤਾ ਜਾ ਰਿਹਾ, ਪੁਣ ਛਾਣ ਕੀਤਾ ਜਾ ਰਿਹਾ ਵਿਜੀਲੈਂਸ ਬਿਊਰੋ ਵੱਲੋਂ। ਇਹ ਸਾਰੇ ਇਲਜ਼ਾਮਾਂ ਦੇ ਉੱਤੇ ਭਾਰਤ ਭੂਸ਼ਣ ਆਸ਼ੂ ਤੋਂ ਵੀ ਵਿਜੀਲੈਂਸ ਬਿਊਰੋ ਉਹਨਾਂ ਦਾ ਪੱਖ ਜਾਣ ਰਹੀ ਹੈ। ਔਰ ਇਹ ਦੱਸਿਆ ਜਾ ਰਿਹਾ ਹੈ ਕਿ ਤੇਲੂ ਰਾਮ ਹੁਣੇ ਨੇ ਜਿਹੜੇ ਉਹਨਾਂ ਦੇ ਬਿਆਨ ਜਿਹੜੇ ਆਏ ਨੇ
ਜਿਹੜੇ ਉਹਨਾਂ ਨੇ ਆਪਣੇ ਖੁਲਾਸੇ ਕੀਤੇ ਨੇ ਉਹਨਾਂ ਦੇ ਉੱਪਰ ਵੀ ਭਾਰਤ ਭੂਸ਼ਣ ਆਸ਼ੂ ਉਹਨਾਂ ਦੀ ਰਾਏ ਲਈ ਜਾ ਰਹੀ ਹੈ। ਔਰ ਇਸ ਦੇ ਨਾਲ ਨਾਲ ਇਹ ਵੀ ਖਬਰਾਂ ਨੇ ਕਿ ਵਿਜੀਲੈਂਸ ਬਿਊਰੋ ਬਿਨਾਂ ਐਲਾਨ ਕੀਤੇ ਸੂਤਰਾਂ ਦੇ ਮੁਤਾਬਕ ਇਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਕਿੰਨੀਆਂ ਪ੍ਰਾਪਰਟੀਆਂ ਬਣਾਈਆਂ ਗਈਆਂ ਭਾਰਤ ਭੂਸ਼ਣ ਆਸ਼ੂ ਵੱਲੋਂ ਜਾਂ ਉਹਨਾਂ ਦੇ ਆਮਦਨ ਦੇ ਸਰੋਤ ਕੀ ਸੀ। ਇਹ ਸੂਤਰਾਂ ਦੇ ਹਵਾਲੇ ਦੇ ਨਾਲ ਇਹਦੀ ਅਫੀਸ਼ੀਅਲ ਕਨਫਰਮੇਸ਼ਨ ਨਹੀਂ ਹੈ। ਇਸ ਤਰੀਕੇ ਦੀਆਂ ਜਾਣਕਾਰੀਆਂ ਵੀ ਜੁਟਾਈਆਂ ਜਾ ਰਹੀਆਂ ਨੇ ਕਿਉਂਕਿ ਭਾਰਤ ਭੂਸ਼ਣ ਆਸ਼ੂ ਭਾਰਤ ਦੇ ਪੰਜਾਬ ਦੇ ਸਾਬਕਾ ਮੰਤਰੀ ਰਹੇ ਨੇ, ਇਸ ਕਰਕੇ ਉਹ ਇੱਕ ਤਰੀਕੇ ਨਾਲ ਉਹ ਪੈਨਸ਼ਨ ਲੈਣ ਦੇ ਵੀ ਜਿਹੜੇ ਨੇ ਹੱਕਦਾਰ ਬਣ ਗਏ ਨੇ ਇਸ ਵਾਰ, ਕਿਉਂਕਿ ਉਹ ਸਾਬਕਾ ਵਿਧਾਇਕ ਬਣ ਗਏ ਨੇ। ਜਦੋਂ ਕਿਸੇ ਵਿਧਾਇਕ ਦੀ ਹਾਰ ਹੋ ਜਾਂਦੀ ਹੈ ਤੇ ਪਿਛਲੀ ਟਰਮ ਦੀ ਫਿਰ ਉਹਨਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ। ਸੋ ਇਸ ਕਰਕੇ ਵਿਜੀਲੈਂਸ ਬਿਊਰੋ ਭਾਰਤ ਭੂਸ਼ਣ ਆਸ਼ੂ ਦੀ ਆਮਦਨ ਔਰ ਉਹਨਾਂ ਦੇ ਸਰੋਤਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦਾ ਹੈ। ਇਹ ਇੱਕ ਬਹੁਤ ਵੱਡੀ ਜਾਣਕਾਰੀ ਹੈ। ਹਾਲਾਂਕਿ ਇਹਦੀ ਅਫੀਸ਼ੀਅਲ ਅਨਾਉਂਸਮੈਂਟ ਕਿਸੇ ਨੇ ਨਹੀਂ ਕੀਤੀ, ਪਰ ਇਹ ਅਧਿਕਾਰ ਖੇਤਰ ਹੈ ਵਿਜੀਲੈਂਸ ਬਿਊਰੋ ਦਾ। ਕਿਸੇ ਵੀ ਸਰਕਾਰੀ ਅਧਿਕਾਰੀ, ਸਰਕਾਰੀ ਕਰਮਚਾਰੀ ਜਾਂ ਕੋਈ ਮੰਤਰੀ ਜਾਂ ਵਿਧਾਇਕ, ਉਹਨਾਂ ਦੇ ਆਮਦਨ ਦੇ ਸਰੋਤਾਂ ਦੀ ਜਾਣਕਾਰੀ ਵੀ ਵਿਜੀਲੈਂਸ ਬਿਊਰੋ ਇਕੱਠੀ ਕਰ ਸਕਦਾ ਹੈ। ਸੋ ਆਉਂਦੇ ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਦੂਜੇ ਸਾਥੀ ਕੀ ਵਿਜੀਲੈਂਸ ਬਿਊਰੋ ਅੱਗੇ ਸਰੈਂਡਰ ਕਰਦੇ ਨੇ ਜਾਂ ਨਹੀਂ ਕਰਦੇ, ਜਾਂ ਉਹਨਾਂ ਨੂੰ ਵਿਜੀਲੈਂਸ ਬਿਊਰੋ ਗ੍ਰਿਫਤਾਰ ਕਰਦੀ ਹੈ, ਇਹਦੇ ਉੱਪਰ ਵੀ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਅਗਲਾ ਰਿਮਾਂਡ ਦਾ ਦੌਰ ਹੈ ਉਹ ਨਿਰਭਰ ਕਰੇਗਾ। ਉਂਝ ਵਿਜੀਲੈਂਸ ਬਿਊਰੋ ਜਦੋਂ 27 ਤਰੀਕ ਨੂੰ ਦੁਬਾਰਾ ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਪੇਸ਼ ਕਰੇਗੀ ਤਾਂ ਇੱਕ ਵਾਰੀ ਫਿਰ ਰਿਮਾਂਡ ਹੈ ਉਹਨਾਂ ਦਾ ਰਿਮਾਂਡ ਹੈ ਜਿਹੜਾ ਉਹ ਮੰਗਿਆ ਜਾਏਗਾ, ਕਿਉਂਕਿ ਮੈਨੂੰ ਇਹ ਲੱਗਦਾ ਹੈ ਔਰ ਸੂਤਰ ਇਹ ਕਹਿੰਦੇ ਨੇ ਕਿ ਵਿਜੀਲੈਂਸ ਬਿਊਰੋ ਨੂੰ ਲੰਮੇ ਸਮੇਂ ਤੱਕ ਭਾਰਤ ਭੂਸ਼ਣ ਆਸ਼ੂ ਦੀ ਲੋੜ ਇਸ ਮਾਮਲੇ ਦੇ ਵਿੱਚ ਪਏਗੀ, ਕਿਉਂਕਿ ਬਹੁਤ ਪੇਚੀਦਗੀਆਂ ਵਾਲਾ ਇਹ ਮਾਮਲਾ ਹੈ ਔਰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਵੀ ਇਹ ਪੂਰਾ ਮਾਮਲਾ ਸਮਝਣ ਨੂੰ ਕਾਫੀ ਸਮਾਂ ਲੱਗਿਆ ਸੀ। ਹਰਜੋਤ ਜੀ, ਸੋ ਹਾਲਾਤਾਂ ਅਸੀਂ ਮਿਲੇ ਨਹੀਂ ਆਸ਼ੂ ਜੀ ਨੂੰ, ਇਸ ਕਰਕੇ ਤੁਹਾਨੂੰ ਹਾਲਾਤਾਂ ਬਾਰੇ ਨਹੀਂ ਦੱਸ ਸਕਦੇ। ਪਰ ਜਿਹੜਾ ਸਾਡਾ ਵਿਅਕਤੀ ਹੈ ਉਹ ਬੱਬਰ ਸ਼ੇਰ ਹੈ। ਆਪਦੀ ਆਪ ਪੁਲਿਸ ਦੇ ਅੱਗੇ ਪੇਸ਼ ਹੋਣਾ, ਹਾਲਾਂਕਿ ਐਂਟੀਸਪੇਟਰੀ ਬੇਲ ਵਾਸਤੇ ਹਰ ਵਿਅਕਤੀ ਦਾ ਹੱਕ ਹੈ, ਸੰਵਿਧਾਨਕ ਹੈ, ਜਾ ਸਕਦੇ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਅਗਰ ਕੋਈ ਮੇਰੇ ਖਿਲਾਫ ਸ਼ਿਕਾਇਤ ਹੈ ਜਾਂ ਮੈਂ ਕਿਤੇ ਲੋੜੀਂਦਾ ਹਾਂ ਤਾਂ ਮੈਂ ਖੁਦ ਪੇਸ਼ ਹੋਵਾਂਗਾ। ਉਹ ਖੁਦ ਗਏ ਵਿਜੀਲੈਂਸ ਆਫਿਸ, ਠੀਕ ਹੈ, ਬੇਸ਼ੱਕ ਉਹਨਾਂ ਨੇ ਸਟੋਰੀ ਰਚਨ ਦੇ ਮਾਰਿਆਂ ਨੇ ਉਸ ਤੋਂ ਬਾਅਦ ਘਰੋਂ ਆ ਕੇ ਉਹਨਾਂ ਨੂੰ ਜਾਂ ਸੈਲੂਨ ਤੋਂ ਫੜਿਆ ਗਿਆ। ਹਾਲਾਤਾਂ ਬਾਰੇ ਸਾਨੂੰ ਬਹੁਤੀ ਕੋਈ ਜਾਣਕਾਰੀ ਨਹੀਂ ਹੈ, ਲੇਕਿਨ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ ਕਿ 6 ਦਿਨਾਂ ਦੇ ਰਿਮਾਂਡ ਤੋਂ ਬਾਅਦ ਠੇਕੇਦਾਰ ਸਾਹਿਬ ਨੂੰ ਪਹਿਲਾਂ ਜਦੋਂ ਫੜਿਆ ਤੇ ਠੇਕੇਦਾਰ ਸਾਹਿਬ ਨੇ ਕਿਹਾ ਕਿ ਮੈਂ ਜੋ ਮੈਨੂੰ ਨਹੀਂ ਪਤਾ ਕਿਹਾ ਕਿ ਨਹੀਂ ਕਿਹਾ ਵੀ ਮੈਂ ਇਹਨਾਂ ਦਾ ਕੋਈ ਪੀਏ ਹੈਗਾ, ਹਾਲਾਂਕਿ ਉਹ ਪੀਏ ਨਹੀਂ ਹੈ, ਸੋ ਕਾਲਡ ਉਹਨੂੰ ਪੀਏ ਦਾ ਦਰਜਾ ਦਿੱਤਾ ਗਿਆ, ਕੋਈ ਜਾਣਕਾਰ ਸਾਥੀ ਹੋਣਾ, ਸੱਜਣ ਹੋਣਾ, ਤੇ ਉਸ ਪੀਏ ਨੂੰ ਅਸੀਂ ਪੈਸੇ ਦਿੰਦੇ ਹੁੰਦੇ ਸੀ ਜਾਂ ਕਿਸੇ ਆਫੀਸਰ ਦਾ ਨਾਂ ਕਿਹਾ ਹੋਣਾ, ਮੈਨੂੰ ਇਹਦੀ ਜਾਣਕਾਰੀ ਨਹੀਂ ਹੈ। ਤੇ 6 ਦਿਨ ਰਿਮਾਂਡ 'ਚ ਰੱਖਣ ਤੋਂ ਬਾਅਦ ਜੋ ਕੱਲ ਉਸ ਠੇਕੇਦਾਰ ਸਾਹਿਬ ਨੇ ਕਿਹਾ ਕਿ ਮੈਂ ਕਦੇ ਆਸ਼ੂ ਜੀ ਨੂੰ ਮਿਲਿਆ ਨਹੀਂ, ਇਸ ਤੋਂ ਵੱਡਾ ਪੁਖਤਾ ਸਬੂਤ ਕੀ ਹੋ ਸਕਦਾ ਹੈ। ਜੀ ਡੱਲਾ ਜੀ, ਉਧਰ ਅਸੀਂ ਅਗਰ ਗੱਲ ਕਰੀਏ ਭਾਜਪਾ ਦੇ ਕੁਝ ਲੀਡਰਾਂ ਦੀ, ਤਾਂ ਉਹਨਾਂ ਨੇ ਰਵਨੀਤ ਬਿੱਟੂ ਦੇ ਉਹਨਾਂ ਬਿਆਨਾਂ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ, ਉਸ ਵਰਤਾਅ ਦੇ ਉੱਪਰ ਵੀ ਸਵਾਲ ਖੜੇ ਕਰ ਦਿੱਤੇ ਨੇ ਜਦੋਂ ਵਿਜੀਲੈਂਸ ਦੀ ਜਿਹੜੀ ਟੀਮ ਹੈ ਉਹ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਗਏ ਸੀ। ਸੋ ਰਵਨੀਤ ਬਿੱਟੂ ਕਾਫੀ ਗੁੱਸੇ ਵਿੱਚ ਸੀ, ਉਹਨਾਂ ਦੇ ਬਿਆਨ ਸਾਰਿਆਂ ਨੇ ਹੀ ਸੁਣੇ ਨੇ। ਸੋ ਉਹਨਾਂ ਦੇ ਇਹਨਾਂ ਬਿਆਨਾਂ ਦੇ ਉੱਪਰ ਹੁਣ ਸਿਆਸਤ ਵੀ ਭਖਦੀ ਨਜ਼ਰ ਆ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਸਿਆਸਤ ਤਾਂ ਹੋ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਨੇ, ਸੁਰਜੀਤ ਕੁਮਾਰ ਜਾਨੀ ਵੀ ਨੇ, ਉਹ ਕਹਿੰਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਜਿਹੜੇ ਉਹਨਾਂ ਦਾ ਆਚਰਣ ਉਸ ਦਿਨ ਇੰਨਾ ਸਹੀ ਨਹੀਂ ਸੀਗਾ ਜਿਸ ਦਿਨ ਰਵਨੀਤ ਬਿੱਟੂ ਹੁਣੇ ਨਾਲ ਮੌਜੂਦ ਸੀ ਭਾਰਤ ਭੂਸ਼ਣ ਆਸ਼ੂ ਦੇ, ਔਰ ਇੱਕ ਸੈਲੂਨ ਤੋਂ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਰਤ ਭੂਸ਼ਣ ਆਸ਼ੂ ਨੂੰ। ਸੋ ਰਵਨੀਤ ਬਿੱਟੂ ਉਹਨਾਂ ਦਾ ਜਿਹੜਾ ਉਸ ਦਿਨ ਦਾ ਕਿਰਦਾਰ ਸੀ ਉਹ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਆਪਣੇ ਆਪ ਨੂੰ ਲਾਈਵ ਕੀਤਾ ਸੀ। ਸੋ ਬੀਜੇਪੀ ਦੇ ਲੀਡਰ ਇਹਦਾ ਬੁਰਾ ਮਨਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਇਸ ਤਰੀਕੇ ਦੀ ਭਾਸ਼ਾ ਨਹੀਂ ਵਰਤੀ ਜਾਣੀ ਚਾਹੀਦੀ ਸੀ। ਹਾਲਾਂਕਿ ਇਹ ਵੀ ਰਿਪੋਰਟਾਂ ਨੇ ਮੀਡੀਆ ਦੇ ਵਿੱਚ ਕਿ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਵਿਜੀਲੈਂਸ ਬਿਊਰੋ ਗ੍ਰਿਫਤਾਰ ਕਰਨ ਆਈ ਤੇ ਉਦੋਂ ਰਵਨੀਤ ਬਿੱਟੂ ਉਹਨਾਂ ਨੇ ਜਿਹੜਾ ਆਚਰਣ ਪੇਸ਼ ਕੀਤਾ, ਵਿਜੀਲੈਂਸ ਬਿਊਰੋ ਨੇ ਇਹ ਮੰਨਿਆ ਕਿ ਉਹਨਾਂ ਦੇ ਕੰਮ 'ਚ ਦਖਲ ਹੈ। ਪਰ ਪਤਾ ਲੱਗਿਆ ਕਿ ਇਹ ਸ਼ਿਕਾਇਤ ਜਿਹੜੀ ਦਿੱਤੀ ਗਈ ਹੈ, ਹਾਲੇ ਤੱਕ ਉਹਦੇ ਤੇ ਕੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ, ਇਸ ਬਾਰੇ ਕਿਸੇ ਤਰ੍ਹਾਂ ਦੀ ਹਜੇ ਜਾਣਕਾਰੀ ਹੈ ਜਿਹੜੀ ਉਹ ਹਰਜੋਤ ਜੀ ਸਾਹਮਣੇ ਨਹੀਂ ਆਈ ਹੈ। ਪਰ ਸਿਆਸੀ ਸਫਾ ਦੇ ਵਿੱਚ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਗਰਮ ਹੈ। ਭਗਵੰਤ ਮਾਨ ਉਹਨਾਂ ਨੇ ਵੀ ਲਗਾਤਾਰ ਕਿਹਾ ਸੀ ਕਿ ਪਹਿਲਾਂ ਤਾਂ ਮੋਹਾਲੀ ਦੇ ਵਿੱਚ ਆਪ ਵਿਜੀਲੈਂਸ ਬਿਊਰੋ ਦੇ ਦਫ਼ਤਰ ਗਏ, ਮੰਗ ਪੱਤਰ ਦਿੱਤਾ ਤੇ ਇਹ ਕਿਹਾ
ਉੱਥੇ ਨਾਅਰੇ ਲਾ ਕੇ ਵੀ ਅਸੀਂ ਆ ਗਏ ਹਾਂ, ਸਾਨੂੰ ਜੇ ਲੋੜ ਹੈ ਤਾਂ ਲੈ ਜਾਓ। ਤੇ ਭਗਵੰਤ ਮਾਨ ਨੇ ਤੰਜ ਕੱਸਿਆ ਸੀ ਕਿ ਜਦੋਂ ਅਸੀਂ ਗ੍ਰਿਫਤਾਰ ਕਰ ਲਿਆ ਤੇ ਫਿਰ ਰੌਲਾ ਵੀ ਪਾ ਰਹੇ ਨੇ ਕਾਂਗਰਸੀ। ਸੋ ਇਹ ਭਗਵੰਤ ਮਾਨ ਉਹਨਾਂ ਦਾ ਸੰਕੇਤਕ ਇਸ ਤਰੀਕੇ ਦਾ ਜਿਹੜਾ ਬਿਆਨ ਸੀ। ਪਰ ਇਸ ਮਾਮਲੇ ਤੇ ਸਿਆਸਤ ਹੈ ਜਿਹੜੀ ਉਹ ਖੂਬ ਹੋ ਰਹੀ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲਾ ਹੋਰ ਸੁਰਖੀਆਂ ਫੜੂਗਾ। ਜੀ ਡੱਲਾ ਜੀ, ਅਗਲੀ ਖਬਰ ਦਾ ਰੁਖ ਕਰੀਏ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਚੰਡੀਗੜ੍ਹ ਪਹੁੰਚੇ ਸੀ ਅਤੇ ਉੱਥੇ ਪਹੁੰਚ ਕੇ ਉਹਨਾਂ ਨੇ ਟਾਟਾ ਮੈਮੋਰੀਅਲ ਸੈਂਟਰ ਕੈਂਸਰ ਹਸਪਤਾਲ ਜੋ ਹੈ ਦੇਸ਼ ਨੂੰ ਸਮਰਪਿਤ ਕੀਤਾ। ਸੋ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਾ ਫਾਇਦਾ ਹੋਏਗਾ, ਕਿਹੜੇ-ਕਿਹੜੇ ਸੂਬਿਆਂ ਨੂੰ ਇਸ ਦਾ ਫਾਇਦਾ ਹੋਏਗਾ ਅਤੇ ਅਗਰ ਅਸੀਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਨੂੰ ਕਿਸ ਤਰ੍ਹਾਂ ਦਾ ਲਾਭ ਹੋਏਗਾ ਇਸ ਹਸਪਤਾਲ ਦੇ ਨਾਲ? ਪ੍ਰਜੋਤ ਜੀ, ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਮੁੱਲਾਪੁਰ ਪਹੁੰਚੇ, ਉੱਥੇ ਮੁੱਲਾਪੁਰ ਗਰੀਬਦਾਸ ਵਿਖੇ, ਔਰ ਉਹਨਾਂ ਨੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਮਹਿਕਮੇ ਦੇ ਵੱਲੋਂ ਜਿਹੜੇ ਯਤਨ ਕੀਤੇ ਗਏ ਔਰ ਉਹਨਾਂ ਵੱਲੋਂ ਸਹਾਇਤਾ ਦਿੱਤੀ ਗਈ। ਸੋ 660 ਕਰੋੜ ਰੁਪਏ ਦੇ ਨਾਲ ਇੱਕ ਟਾਟਾ ਮੈਮੋਰੀਅਲ ਸੈਂਟਰ ਬਣਾਇਆ ਗਿਆ। ਇਹਨੂੰ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵੀ ਇਹਦਾ ਨਾਮ ਹੈ। ਸੋ ਉਹਦਾ ਉਦਘਾਟਨ ਕੀਤਾ ਹੈ ਔਰ ਦੇਸ਼ ਨੂੰ ਸਮਰਪਿਤ ਕੀਤਾ। ਸਿੱਧੇ ਤੌਰ ਤੇ ਪੰਜਾਬ, ਹਰਿਆਣਾ, ਹਿਮਾਚਲ ਔਰ ਕਈ ਸੂਬਿਆਂ ਨੂੰ, ਜੰਮੂ ਕਸ਼ਮੀਰ ਵਰਗੇ ਸੂਬਿਆਂ ਨੂੰ ਵੀ ਇਸ ਜਿਹੜਾ ਸੈਂਟਰ ਦਾ ਇਹਦਾ ਬਹੁਤ ਲਾਭ ਮਿਲੇਗਾ। ਕੈਂਸਰ ਦੇ ਇਲਾਜ ਦੇ ਲਈ 51 ਏਕੜ ਦੇ ਵਿੱਚ ਇਹ ਹਸਪਤਾਲ ਬਣਾਇਆ ਗਿਆ ਹੈ ਔਰ ਇਸ ਤਰੀਕੇ ਦੇ ਜਿਹੜੇ ਵੱਡੇ ਹਸਪਤਾਲ ਨੇ ਇਹ ਸੱਚਮੁੱਚ ਬਹੁਤ ਜ਼ਰੂਰੀ ਨੇ। ਸੋ ਮੈਨੂੰ ਲੱਗਦਾ ਹੈ ਕਿ ਇਹਦਾ ਬਹੁਤ ਫਾਇਦਾ ਭਵਿੱਖ ਦੇ ਵਿੱਚ ਸਦੀਆਂ ਤੱਕ ਸਾਡੀਆਂ ਜਨਰੇਸ਼ਨਾਂ ਨੂੰ ਰਹੂਗਾ। ਔਰ ਮੈਂ ਇਹ ਵੀ ਦੱਸ ਦਵਾਂ ਕਿ 2013 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ ਔਰ ਉਦੋਂ ਉਹਨਾਂ ਨੇ ਫੈਸਲਾ ਕੀਤਾ ਸੀ, 30 ਦਸੰਬਰ 2013 ਨੂੰ ਨੀਂਹ ਪੱਥਰ ਰੱਖਿਆ ਸੀ। ਉਹਨਾਂ ਨੇ ਫੈਸਲਾ ਕੀਤਾ ਸੀ ਕਿ ਜਦੋਂ ਅਸੀਂ ਐਡਾ ਵੱਡਾ ਖੋਜ ਕੇਂਦਰ ਔਰ ਕੈਂਸਰ ਹਸਪਤਾਲ ਬਣਾਉਣਾ ਹੈ ਤੇ ਅਸੀਂ ਪੰਜਾਬ ਦੇ ਆਲੇ ਦੁਆਲੇ ਨਿਊ ਜਿਹੜਾ ਚੰਡੀਗੜ੍ਹ ਹੈ ਉੱਥੇ ਅਸੀਂ ਜਗ੍ਹਾ ਜਿਹੜੀ ਚਿੰਨਤ ਕਰਦੇ ਹਾਂ ਤੇ ਉੱਥੇ ਹੀ ਫਿਰ ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ। ਸੋ 51 ਏਕੜ ਦੇ ਵਿੱਚ ਜਿਹੜਾ ਫੈਲਿਆ ਹੋਇਆ ਹੈ ਔਰ ਇਹ ਬਹੁਤ ਵੱਡੀ ਸੌਗਾਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉੱਥੇ ਪਹੁੰਚੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਰਹੇ, ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਗਵਰਨਰ ਨੇ, ਉਹ ਉੱਥੇ ਮੌਜੂਦ ਰਹੇ ਔਰ ਭਗਵੰਤ ਮਾਨ ਨੇ ਧੰਨਵਾਦ ਵੀ ਕੀਤਾ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਇਸ ਹਸਪਤਾਲ ਨੂੰ ਪੰਜਾਬ ਦੇ ਲਈ ਇੱਕ ਵੱਡੀ ਸੌਗਾਤ ਦੱਸਿਆ। ਔਰ ਪ੍ਰਧਾਨ ਮੰਤਰੀ ਹੈਲੀਕਾਪਟਰ ਦੇ ਵਿੱਚ ਆਏ ਸੀ ਔਰ ਇਹਦੇ ਨਾਲ ਜਿਹੜਾ ਸਮਾਗਮ ਹੈ ਇਹ ਬਹੁਤ ਸੁਚਾਰੂ ਰੂਪ ਦੇ ਨਾਲ ਚੱਲਿਆ। ਪਰ ਟ੍ਰੈਫਿਕ ਦੇ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਵੱਡੀਆਂ ਟ੍ਰੈਫਿਕ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੁਰੱਖਿਆ ਦੇ ਜ਼ਿਆਦਾ ਬੰਦੋਬਸਤ ਕੀਤੇ ਗਏ ਸੀ। ਚੋਣਾਂ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਫਿਰੋਜ਼ਪੁਰ ਆਏ ਸੀ ਤੇ ਉਹਨਾਂ ਦਾ ਜਿਹੜਾ ਦੌਰਾ ਹੈ ਉਹਦੇ ਵਿੱਚ ਰੁਕਾਵਟਾਂ ਪਈਆਂ ਸੀ, ਜਿਸ ਤੋਂ ਬਾਅਦ ਕਾਫੀ ਸਿਆਸਤ ਵੀ ਹੋਈ। ਉਸ ਵੇਲੇ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ। ਪਰ ਕੱਲ ਸੁਰੱਖਿਆ ਦੇ ਬਹੁਤ ਵੱਡੇ ਇੰਤਜ਼ਾਮ ਕੀਤੇ ਗਏ ਸੀ, ਜਿਸ ਕਰਕੇ ਆਮ ਲੋਕਾਂ ਨੂੰ ਚੰਡੀਗੜ੍ਹ ਔਰ ਮੋਹਾਲੀ ਦੇ ਆਲੇ ਦੁਆਲੇ ਦੇ ਕਈ ਲੋਕਾਂ ਨੂੰ ਕਈ ਸੜਕਾਂ ਦੇ ਜਿਹੜੇ आवाजाही और जाम का सामना करना पड़ा। हम सभी ने अपने देश को विकसित भारत बनाने का संकल्प लिया है। भारत को विकसित बनाने के लिए उसकी स्वास्थ्य सेवाओं का भी विकसित होना उतना ही जरूरी है। जब भारत के लोगों को इलाज के लिए आधुनिक अस्पताल मिलेंगे, आधुनिक सुविधाएं मिलेगी, तो वो और जल्दी स्वस्थ होंगे, उनकी ऊर्जा सही दिशा में लगेगी, अधिक प्रोडक्टिव होगी। आज होमी भाभा कैंसर अस्पताल और रिसर्च सेंटर के तौर पर भी देश को एक आधुनिक अस्पताल मिला है। इस आधुनिक सुविधा के निर्माण में केंद्र सरकार के टाटा मेमोरियल सेंटर ने महत्वपूर्ण भूमिका निभाई है। ये सेंटर देश विदेश में अपनी सेवाएं उपलब्ध कराकर कैंसर के मरीजों का जीवन बचा रहा है। देश में कैंसर की आधुनिक सुविधाओं के निर्माण में भारत सरकार
अग्रणी रोल निभा रहा है। ਤੁਸੀਂ ਵੀ ਬਦਕਿਸਮਤੀ ਨਾਲ ਸਾਨੂੰ ਇੱਥੇ ਦੁੱਖ ਨਾ ਕਹਿਣਾ ਪੈ ਰਿਹਾ ਕਿ ਤੁਸੀਂ ਵੀ 5 ਜਨਵਰੀ ਨੂੰ ਜਦੋਂ ਆਏ ਸੀ ਤਾਂ ਤੁਹਾਡਾ ਪ੍ਰੋਗਰਾਮ ਜਿਹੜਾ ਉਹ ਕੈਂਸਲ ਕਰਨਾ ਪਿਆ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਸੀ। ਸੋ ਅੱਜ ਉਹੀ ਪੰਜਾਬ ਤੁਹਾਨੂੰ ਦੇਖ ਕੇ ਔਰ ਤੁਹਾਡੇ ਸਵਾਗਤ ਦੇ ਵਿੱਚ ਅੱਖਾਂ ਵਿਛਾ ਰਿਹਾ ਹੈ। ਸਰ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਸਾਡਾ ਫਰਜ਼ ਬਣਦਾ है कि ਅਸੀਂ ਤੁਹਾਡਾ ਨਿੱਘਾ ਸਵਾਗਤ ਕਰੀਏ। और पंजाबी जो हैं वो मेजबानी के लिए जाने जाते हैं। सर पंजाबी जो हैं वो मेजबानी के लिए जाने जाते हैं, हॉस्पिटैलिटी के लिए जाने जाते हैं, इलाज वास्ते साडे बुजुर्गों के। और ਇੱਥੇ ਹੀ ਭਾਵੇਂ ਉਹ ਮੁਹੱਲਾ ਕਲੀਨਿਕ ਹੋਣ, ਭਾਵੇਂ ਜੋ ਵੀ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਚਾਹੇ ਉਹ ਡਿਸਪੈਂਸਰੀ ਹੋਣ, ਸਾਡਾ ਮਕਸਦ ਹੈ ਜਿਹੜਾ ਅਰੋਗ ਭਾਰਤ, ਅਰੋਗ ਪੰਜਾਬ, ਸਿਹਤਮੰਦ ਪੰਜਾਬ। ਇਹ ਉਹੀ ਪੰਜਾਬ ਹੈ ਪ੍ਰਧਾਨ ਮੰਤਰੀ ਜੀ ਜਿੱਥੋਂ ਮਿਲਖਾ ਸਿੰਘ ਹੋਰੀ, ਜਿੱਥੋਂ ਦਾਰਾ ਸਿੰਘ ਹੋਰੀ, ਜਿੱਥੋਂ ਬਲਬੀਰ ਸਿੰਘ ਹੋਰੀ ਹਾਕੀ ਵਾਲੇ ਜਾਦੂਗਰ ਪੈਦਾ ਹੋਏ ਨੇ ਖੇਡਾਂ ਦੇ। ਇਹ ਉਹੀ ਪੰਜਾਬ ਹੈ। ਨਰਿੰਦਰ ਮੋਦੀ ਜੀ ਦਾ ਇੱਥੇ ਆਉਣ ਤੇ ਅਸੀਂ ਸਵਾਗਤ, ਲੇਕਿਨ ਮੇਰੀ ਬੇਨਤੀ ਹੈ, ਮਾਨ ਸਾਹਿਬ ਨੂੰ ਵੀ ਬੇਨਤੀ ਹੈ, ਮੁੱਖ ਮੰਤਰੀ ਸਾਹਿਬ ਨੂੰ, ਮੋਦੀ ਸਾਹਿਬ ਨੂੰ ਵੀ ਬੇਨਤੀ ਹੈ। ਅੱਜ ਇਸ਼ਤਿਹਾਰ ਵੀ ਉਹਨਾਂ ਨੇ ਲੱਗਿਆ ਅਖਬਾਰਾਂ ਦੇ ਵਿੱਚ, ਇਹ ਨਾਲ ਕਿਤੇ ਜੇ ਡਾਕਟਰ ਮਨਮੋਹਨ ਸਿੰਘ ਜੀ ਦੀ ਫੋਟੋ ਲੱਗ ਜਾਂਦੀ ਤਾਂ ਬਹੁਤ ਵੱਡੀ ਗੱਲ ਹੋਣੀ ਸੀ। ਇਹ ਜਿਹੜਾ ਕੈਂਸਰ ਹਸਪੀਟਲ ਦੀ ਮੁੱਲਾਂਪੁਰ 'ਚ ਜਿਹੜੀ ਸ਼ੁਰੂਆਤ ਹੈ, ਉਹ ਡਾਕਟਰ ਮਨਮੋਹਨ ਸਿੰਘ ਇਸ ਪੰਜਾਬ ਦੀ ਮਿੱਟੀ ਦਾ ਉਹ ਜੰਪਲ, ਪੰਜਾਬ ਦਾ ਉਹ ਸਪੂਤ ਜਿਹਨੂੰ ਪੂਰੀ ਦੁਨੀਆ ਯਾਦ ਕਰਦੀ ਹੈ, ਜਿਹਨੂੰ ਵਿਸ਼ਵ 'ਚ ਬੈਠੇ ਚਾਹੇ ਉਹ ਓਬਾਮਾ ਹੈ, ਚਾਹੇ ਕੋਈ ਹੋਰ ਹੈ, ਉਹ ਲੋਕ ਯਾਦ ਕਰਦੇ ਆ ਕਿ ਅਗਰ ਹਿੰਦੁਸਤਾਨ ਨੂੰ ਆਰਥਿਕ ਸੰਕਟ 'ਚੋਂ, ਜਦੋਂ ਸਾਰੀ ਦੁਨੀਆ ਸੰਕਟ ਦੇ ਵਿੱਚ ਸੀ, ਤੇ ਇੱਕ ਵਿਅਕਤੀ ਨੇ, ਡਾਕਟਰ ਮਨਮੋਹਨ ਸਿੰਘ ਜੀ ਨੇ ਆਰਥਿਕ ਸੰਕਟ 'ਚੋਂ ਕੱਢਿਆ। ਸੋ ਮੈਨੂੰ ਲੱਗਦਾ ਕਿ ਅਗਰ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਉਹਦੇ 'ਚ ਧੰਨਵਾਦ ਹੁੰਦਾ ਤੇ ਕਿਤੇ ਸਾਡੇ ਵਰਗੇ ਕਾਂਗਰਸੀ ਲੋਕਾਂ ਨੂੰ ਵੀ ਉੱਥੇ ਸੱਦਿਆ ਹੁੰਦਾ ਕਿ ਇਹ ਸ਼ੁਰੂਆਤ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਮੁੱਲਾਂਪੁਰ ਹਸਪੀਟਲ ਦੀ ਕੀਤੀ। जी डला जी, उधर बिक्रम मजीठिया जो है सिद्धू मूसेवाला के घर पहुंचे सी, काफ़ी गल्लां उन्होंने उत्थे जो है साझियां कीतियां। सो इस मौके ते उन्होंने जेल विच राजोआणा का भी जिक्र किया ते उन्होंने कहा कि वो सिद्धू मूसेवाला की मौत ते काफ़ी दुखी रहे। सो होर की गल्लां कीतियां, की खुलासे किए बिक्रम मजीठिया ने जदों सिद्धू मूसेवाला के घर पहुंचे? देखो, शुभदीप सिंह सिद्धू मूसेवाले के घर बिक्रम सिंह मजीठिया गए और उन्होंने उन्होंने माता पिता के नाल मुलाकात की, उन्होंने पुत की बेवकती मौत ते दुख का प्रगटावा किया। बेवकती मौत हुई, सिद्धू मूसेवाला का कतल होया, सानू सारिਆਂ ਨੂੰ पता है। और बिक्रम सिंह मजीठी ने यह भी कहा कि जदों मैं जेल दे विच सी और उस वेले उन्होंने ये भी दस्सिया कि किवें जेल दे विच उन्हां दे नाल बलवंत सिंह राजोआणा भी दुखी होए। सो बिक्रम सिंह मजीठिया का कहना सी कि बलवंत सिंह राजोआणा और मैं आप बिक्रम मजीठिया मुताबिक असी दुखी रहे उत्थे जेल दे विच। सो इस तरीके दे नाल नहीं होना चाहिए सी। सो उन्होंने परिवार दे नाल दुख का प्रगटावा किया ते भगवंत मान सरकार तो इंसाफ की मंग भी की। और साफ तौर पर बिक्रम सिंह मजीठिया जदों दे जेल आए ने, सो वो कई उन्हां थावां ते अपनी हाज़री लवा रहे हैं जिथे हाज़री लाउणी जरूरी हुंदी है। सो दुख के मौके सारे लीडर ही सिद्धू मूसेवाला के घर गए सी। सो बिक्रम मजीठिया भी हुण उत्थे पहुंचे। जी डल्ला जी, उधर कल जो है हिमाचल प्रदेश में दूजी गारंटी देन जा रहे हैं अरविंद केजरीवाल ते उन्हां दे नाल पंजाब दे मुख मंत्री भगवंत मान अते दिल्ली दे डिप्टी सीएम मनीष सिसोदिया भी जाणगे। सो हिमाचल विच जो है मौजूद रहणगे। किवें वेखदे हो आम आदमी पार्टी दे इस हिमाचल दौरे नूं? देखो, अज हिमाचल प्रदेश दे विच भगवंत मान जाणगे, अरविंद केजरीवाल जाणगे, मनीष सिसोदिया जाणगे। चोणां दे मद्देनज़र बहुत तेज़ी दे नाल चोण प्रचार है जिहड़ा आम आदमी पार्टी दे लीडरां वल्लों कीता जा रहा है। सो गुजरात लई भी एक लाइव रैली का प्रबंध किया सी अरविंद केजरीवाल होना दे लई। सो हुण हिमाचल प्रदेश जा रहे हैं और हर जगह के उत्ते आम आदमी पार्टी वालों सेहत का मॉडल, सिक्ख्या का मॉडल रखा जा रहा है। हिमाचल प्रदेश के विच अरविंद केजरीवाल दूजी गारंटी देणगे। अज वो किहड़ी गारंटी होएगी, अज उहदे ते खुलासा होएगा। पर वो लगातार ये कह रहे हैं हिमाचल प्रदेश के लोगों को भी कि तुसीं पंजाब तो पुछो कि लोगों के बिल किवें घट आउण लग गए, पंजाब तो पुछो महल्ला क्लीनिक शुरू हो गए। हालांकि प्रधानमंत्री नरेंद्र मोदी ने जिहड़ा हस्पताल खोलिया है, मैनूं लगदा है उन्हां दे सामने महल्ला क्लीनिक ने जिहड़े वो बहुत ਵੱਡੇ प्रोजैक्ट नहीं है। पर हाँ, अहमियत उन्हां दी भी है क्योंकि गरीब लोगों को उत्थे भी मुफ्त सहूलतां मिलदियां ने। पर सवाल ये भी है कि डिस्पेंसरियां दे विच इलाज क्यों नहीं है, जबकि डिस्पेंसरियां दा मकसद यही सी जिहड़ियां साडे महल्लियां दे विच भी बणियां होईयां ने, सो ब्लॉक पद्धर ते भी बणियां ने। सो डिस्पेंसरियां दे विच भी प्रबंध
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰਨੇ ਚਾਹੀਦੇ ਨੇ। ਇਹ ਨਹੀਂ ਕਿ ਜਿਹੜੇ ਸੇਵਾ ਕੇਂਦਰ ਸੀ ਉਹਨਾਂ ਦੇ ਵਿੱਚ ਆਪਾਂ ਮੁਹੱਲਾ ਕਲੀਨਿਕ ਖੋਲ੍ਹ ਦਈਏ ਤੇ ਜਿਹੜੀਆਂ ਡਿਸਪੈਂਸਰੀਆਂ ਨੇ ਉਹ ਖਾਲੀ ਰਹਿ ਜਾਣ ਜਾਂ ਉੱਥੇ ਇਲਾਜ ਨਾ ਹੋਵੇ, ਉੱਥੇ ਉਪਚਾਰ ਨਾ ਹੋਵੇ। ਸੋ ਸਮੂਹਿਕ ਵਿਕਾਸ, ਜਿਹੜਾ ਮੁਕੰਮਲ ਵਿਕਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੂਬੇ ਦੇ ਵਿੱਚ। ਸੋ ਇਸ ਕਰਕੇ ਉਸ ਪਾਸੇ ਆਉਂਦੇ ਦਿਨਾਂ ਦੇ ਵਿੱਚ ਜ਼ਰੂਰ ਭਗਵੰਤ ਮਾਨ ਦੀ ਸਰਕਾਰ ਨੂੰ ਧਿਆਨ ਦੇਣਾ ਪਊਗਾ। ਪਰ ਦੂਜੇ ਪਾਸੇ ਸਿਆਸਤ ਵੀ ਗਰਮ ਹੈ ਹਰਜੋਤ ਜੀ। ਸੰਜੇ ਸਿੰਘ ਨੇ ਫਿਰ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਇਹ ਕਿਹਾ ਕਿ ਕੇਂਦਰ ਸਰਕਾਰ, ਭਾਜਪਾ ਸਰਕਾਰ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ। ਉਹਨਾਂ ਨੇ ਇਲਜ਼ਾਮ ਲਾਏ ਕਿ ਕਰੋੜਾਂ ਰੁਪਏ ਦੇ ਵਿੱਚ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਸਿਆਸੀ ਇਲਜ਼ਾਮਬਾਜ਼ੀਆਂ ਬਹੁਤ ਚੱਲਦੀਆਂ ਨੇ। ਔਰ ਦੂਜੇ ਪਾਸੇ ਬੀਜੇਪੀ ਦੇ ਲੀਡਰ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ। ਉਹ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਤੋਂ ਜਵਾਬ ਮੰਗ ਰਹੇ ਹਾਂ ਕਿ ਤੁਹਾਡੀ ਨਵੀਂ ਐਕਸਾਈਜ਼ ਪਾਲਿਸੀ ਤੁਸੀਂ ਵਾਪਸ ਕਿਉਂ ਲਈ। ਨਵੀਂ ਐਕਸਾਈਜ਼ ਪਾਲਿਸੀ ਦੇ ਵਿੱਚ ਜਿਹੜਾ ਰੈਵਨਿਊ ਹੈ, ਜਿਹੜਾ ਮਾਲੀਆ ਹੈ, ਉਹ ਸਰਕਾਰ ਨੂੰ ਕਿਉਂ ਘਟਿਆ। ਉਹਨਾਂ ਦਾ ਇਹ ਕਹਿਣਾ ਕਿ ਨਵੀਂ ਐਕਸਾਈਜ਼ ਪਾਲਿਸੀ ਦੇ ਵਿੱਚ ਰੈਵਨਿਊ ਘਟ ਗਿਆ, ਜਦਕਿ ਜਿਹੜੀ ਬਿਕਵਾਲੀ ਹੋਈ ਹੈ, ਜਿਹੜਾ ਕਾਰੋਬਾਰ ਹੋਇਆ ਸ਼ਰਾਬ ਦਾ, ਉਹ ਕਾਫੀ ਜ਼ਿਆਦਾ ਹੋਇਆ ਹੈ। ਸੋ ਆਮ ਆਦਮੀ ਪਾਰਟੀ ਦੀ ਸ਼ਰਾਬ ਪਾਲਿਸੀ ਤੇ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਤੰਜ ਕੱਸਿਆ ਜਾ ਰਿਹਾ ਹੈ ਔਰ ਮਨੀਸ਼ ਸਿਸੋਦੀਆ ਦੇ ਉੱਤੇ ਕੇਸ ਵੀ ਦਰਜ ਕੀਤਾ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਇਹੀ ਕਹਿ ਰਹੀ ਹੈ ਕਿ ਸੀਬੀਆਈ ਵੱਲੋਂ ਇਸ ਕਰਕੇ ਛਾਪੇ ਮਾਰੇ ਗਏ ਨੇ ਸ਼ਰਾਬ ਦੇ ਕਾਰੋਬਾਰ ਤੇ ਕਿਉਂਕਿ ਬੀਜੇਪੀ ਨੇ, ਕੇਂਦਰ ਸਰਕਾਰ ਨੇ ਛਾਪੇ ਮਰਵਾਏ ਨੇ। ਔਰ ਇਸ ਕਰਕੇ ਮਰਵਾਏ ਨੇ ਕਿਉਂਕਿ ਅਰਵਿੰਦ ਕੇਜਰੀਵਾਲ 2024 ਚ ਪ੍ਰਧਾਨ ਮੰਤਰੀ ਦਾ ਚਿਹਰਾ ਬਣ ਰਹੇ ਨੇ। ਸੋ ਇਹ ਦਾਅਵਾ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਿ ਇਸ ਕਰਕੇ ਛਾਪੇ ਮਾਰੇ ਜਾ ਰਹੇ ਨੇ। ਬੀਜੇਪੀ ਚਿੰਤਤ ਹੈ ਕਿ ਕਿਤੇ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਉਹਨਾਂ ਨੂੰ ਵੱਡੀ ਚੁਣੌਤੀ ਨਾ ਦੇਣ। ਸੋ ਇਸ ਤਰੀਕੇ ਦੇ ਜਿਹੜੇ ਤਰਕ ਨੇ। ਜੀ ਡੱਲਾ ਜੀ, ਅਖੀਰ ਦੇ ਵਿੱਚ ਕੋਈ ਹੋਰ ਖਾਸ ਖਬਰ ਜਿਸ ਦੇ ਉੱਪਰ ਮੈਂ ਸਵਾਲ ਕਰ ਨਹੀਂ ਸਕੀ ਹੋਵਾਂਗੀ ਤਾਂ ਮੈਂ ਜ਼ਰੂਰ ਚਾਹਾਂਗੀ ਉਸ ਖਾਸ ਖਬਰ ਦੇ ਉੱਪਰ ਵੀ ਟਿੱਪਣੀ ਤੁਸੀਂ ਜ਼ਰੂਰ ਕਰੋ ਤਾਂ ਕਿ ਦਰਸ਼ਕਾਂ ਤੱਕ ਅਸੀਂ ਸਾਰੀਆਂ ਖਬਰਾਂ ਦਾ ਵੇਰਵਾ ਪਹੁੰਚਾ ਸਕੀਏ। ਇੱਕ ਹੋਰ ਵੱਡੀ ਖਬਰ ਬਿਲਕੁਲ ਹਰਜੋਤ ਜੀ ਮੈਂ ਦੱਸਣਾ ਚਾਹੂੰਗਾ, ਜਿਵੇਂ ਤੁਸੀਂ ਪੁੱਛਿਆ ਹੈ ਕਿ ਕਿਹੜੀ ਖਬਰ ਤੇ ਤੁਸੀਂ ਗੱਲ ਰੱਖਣੀ ਚਾਹੋਗੇ। ਕੇਂਦਰ ਸਰਕਾਰ ਨੇ, ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਔਰ ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਪੰਜਾਬ ਦੇ ਵਿੱਚ ਗੈਂਗਵਾਰ ਹੋ ਸਕਦੀ ਹੈ। ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਕਈ ਜਿਹੜੇ ਗੈਂਗ ਨੇ ਉਹ ਸਰਗਰਮ ਨੇ ਔਰ ਗੈਂਗਸਟਰ ਪਿਛਲੇ ਸਮਿਆਂ ਦੇ ਵਿੱਚ ਕਈ ਜਿਹੜੇ ਨੇ ਉਹ ਪੁਲਿਸ ਦੇ ਨਾਲ ਮੁਕਾਬਲਿਆਂ ਦੇ ਵਿੱਚ ਵੀ ਦੁਨੀਆ ਤੋਂ ਗਏ ਨੇ। ਔਰ ਸ਼ੁਭਦੀਪ ਸਿੰਘ ਸਿੱਧੂ ਵਾਲੇ ਦੇ ਮਾਮਲੇ ਤੋਂ ਬਾਅਦ ਕਾਫੀ ਗੈਂਗਸਟਰਾਂ ਦੀ ਫੜੋਫੜੀ ਵੀ ਹੋਈ ਹੈ ਔਰ ਕਈ ਗੈਂਗਸਟਰ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਨੇ। ਔਰ ਪੰਜਾਬ 'ਚ ਸਾਨੂੰ ਪਤਾ ਹੈ ਕਿ ਲਗਾਤਾਰ ਜਿਹੜਾ ਬੰਬੀਹਾ ਗਰੁੱਪ ਹੈ ਉਹਨਾਂ ਵੱਲੋਂ ਧਮਕੀ ਦਿੱਤੀ ਗਈ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਨੇ ਉਹਨਾਂ ਤੋਂ ਬਦਲਾ ਲੈਣ ਦੀ। ਔਰ ਸਿੱਧੇ ਰੂਪ 'ਚ ਜੇ ਅਸੀਂ ਦੇਖੀਏ ਬੰਬੀਹਾ ਗਰੁੱਪ ਔਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਵਿੱਚ ਆਪਸੀ ਟਕਰਾਅ ਦੀਆਂ ਸੰਭਾਵਨਾਵਾਂ ਨੇ, ਜਿਸ ਕਰਕੇ ਇਸ ਜਿਹੜਾ ਗੈਂਗਵਾਰ ਹੈ ਉਹ ਤੋਂ ਬਚਣ ਦੇ ਲਈ ਜਿਹੜੀ ਹੈ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ। ਹਾਲਾਂਕਿ ਗੌਰਵ ਯਾਦਵ ਦੀ ਅਗਵਾਈ ਦੇ ਵਿੱਚ ਲਾਅ ਆਰਡਰ ਦੀ ਸਥਿਤੀ ਹੈ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਸੁਧਰੀ ਹੈ। ਪੰਜਾਬ ਦੀ ਪੁਲਿਸ ਸੜਕਾਂ ਤੇ ਹੈ, ਪਿੰਡ ਪਿੰਡ ਗਲੀ ਗਲੀ ਹੈ। ਸੋ ਸਰਗਰਮੀ ਪੰਜਾਬ ਪੁਲਿਸ ਦੀ ਵਧੀ ਹੈ, ਇੰਟੈਲੀਜੈਂਸ ਦੀ ਸਰਗਰਮੀ ਵਧੀ ਹੈ, ਜਿਹਦੇ ਕਰਕੇ ਕਿਤੇ ਨਾ ਕਿਤੇ ਮਾਹੌਲ ਪੰਜਾਬ ਦੇ ਵਿੱਚ ਸੁਖਾਵਾਂ ਬਣਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਗੈਂਗਵਾਰ ਦੀ ਜਿਹੜਾ ਮਸ਼ਵਰਾ ਆਇਆ ਕੇਂਦਰ ਸਰਕਾਰ ਵੱਲੋਂ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਇਹਨੂੰ ਲਊ। ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ, ਖਬਰਾਂ ਦੀ ਪੜਤਾਲ ਕਰਕੇ ਸਹੀ ਜਾਣਕਾਰੀ ਜੋ ਹੈ ਦਰਸ਼ਕਾਂ ਤੱਕ ਪਹੁੰਚਾਈ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਧੰਨਵਾਦ ਹਰਜੋਤ ਜੀ, ਬਹੁਤ ਧੰਨਵਾਦ।